ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਹੈਡਲਾਈਨ ਕੈਨੇਡਾ ਦੇ ਵਿੱਚ। ਮੈਂ ਹਾਂ ਰੁਪਿੰਦਰ ਕੌਰ। ਕੈਨੇਡਾ ਵਿੱਚ ਵੱਡੀ ਤਾਦਾਦ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਪਹੁੰਚਦੇ ਨੇ, ਜਿਨ੍ਹਾਂ ਵਿੱਚ ਵੱਡਾ ਗ੍ਰਾਫ ਇੰਡੀਆ ਤੋਂ ਆਉਂਦੇ ਸਟੂਡੈਂਟਸ ਦਾ ਹੈ। ਅਜਿਹੇ ਵਿੱਚ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਇਹ ਵਿਦਿਆਰਥੀ ਸਹੀ ਤਰੀਕੇ ਨਾਲ ਸਹੀ ਜਾਣਕਾਰੀ ਲੈ ਕੇ ਹੀ ਕੈਨੇਡਾ ਵਿੱਚ ਲੈਂਡ ਕਰਨ। ਅਜਿਹੇ ਵਿੱਚ ਵੱਡਾ ਰੋਲ ਅਦਾ ਕਰ ਰਹੀ ਹੈ ਓਮ ਗਲੋਬਲ ਐਜੂਕੇਸ਼ਨ ਸਰਵਿਸਿਜ਼। किस तरह ਦੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ ਓਮ ਗਲੋਬਲ ਐਜੂਕੇਸ਼ਨ ਸਰਵਿਸਿਜ਼ ਵੱਲੋਂ, ਇਸ ਸੰਬੰਧੀ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਇਸੇ ਕੰਪਨੀ ਦੇ MD ਪੁਨੀਤ ਖੰਨਾ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਕੈਨੇਡਾ ਦੇ ਵਿੱਚ ਤੇ ਸਾਡੇ ਸਟੂਡੀਓ ਦੇ ਵਿੱਚ। ਥੈਂਕ ਯੂ ਰੁਪਿੰਦਰ ਜੀ, ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪੁਨੀਤ ਜੀ, ਜਿਸ ਤਰ੍ਹਾਂ ਮੈਂ ਗੱਲ ਕੀਤੀ ਕਿ ਕੈਨੇਡਾ ਵਿੱਚ ਵੱਡੀ ਤਾਦਾਦ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਪਹੁੰਚ ਰਹੇ ਨੇ, ਚਾਈਨਾ ਤੋਂ ਇਲਾਵਾ ਇੰਡੀਆ ਇੱਕ ਅਜਿਹੀ ਕੰਟਰੀ ਹੈ ਜਿੱਥੋਂ ਵੱਡੀ ਤਾਦਾਦ ਵਿੱਚ ਸਟੂਡੈਂਟਸ ਆਉਂਦੇ ਨੇ। ਬਹੁਤ ਜ਼ਰੂਰੀ ਹੁੰਦਾ ਹੈ ਕਿ ਸਹੀ ਇਨਫੋਰਮੇਸ਼ਨ ਲੈ ਕੇ ਸਹੀ ਤਰੀਕੇ ਨਾਲ ਉਹ ਇੱਥੇ ਪਹੁੰਚਣ। ਤੁਹਾਡੀ ਕੰਪਨੀ ਕਿਸ ਤਰ੍ਹਾਂ ਦੀਆਂ ਸੇਵਾਵਾਂ ਦਿੰਦੀ ਹੈ ਇੰਟਰਨੈਸ਼ਨਲ ਸਟੂਡੈਂਟਸ ਨੂੰ? ਦੇਖੋ, ਜਿਵੇਂ ਤੁਸੀਂ ਦੱਸਿਆ ਕਿ ਚਾਈਨਾ ਦੇ ਇਲਾਵਾ ਇੰਡੀਆ ਇੱਕ ਮੇਜਰ ਹੱਬ ਹੈ ਜਿੱਥੋਂ ਦੀ ਇੰਟਰਨੈਸ਼ਨਲ ਸਟੂਡੈਂਟ ਕੈਨੇਡਾ 'ਚ ਆਉਂਦਾ। ਰੀਸੈਂਟਲੀ ਜਿਹੜੇ ਨੰਬਰ ਆਫ ਇੰਟਰਨੈਸ਼ਨਲ ਸਟੂਡੈਂਟਸ ਨੇ ਇੰਡੀਆ ਤੋਂ ਓਵਰ ਦਾ ਲਾਸਟ ਈਅਰ ਔਰ ਸੋ ਚਾਈਨਾ ਨਾਲੋਂ ਜ਼ਿਆਦਾ ਨੰਬਰਸ ਨੇ ਇਸ ਵੇਲੇ। ਸੋ ਜਦੋਂ ਆਪਾਂ ਇੰਟਰਨੈਸ਼ਨਲ ਸਟੂਡੈਂਟਸ ਦੀ ਗੱਲ ਕਰਦੇ ਹਾਂ ਔਰ ਇੰਡੀਆ ਦੀ ਗੱਲ ਕਰਦੇ ਹਾਂ, ਮੇਰਾ ਖਿਆਲ ਪੰਜਾਬ ਇੱਕ ਮੇਜਰ ਹੱਬ ਹੈ ਇੰਡੀਆ ਦੇ ਵਿੱਚੋਂ ਵੀ, ਜਿੱਥੋਂ ਦੀ ਇੰਡੀਆ ਦਾ ਮੇਜਰ ਪੋਰਸ਼ਨ ਆਫ ਇੰਟਰਨੈਸ਼ਨਲ ਸਟੂਡੈਂਟਸ ਇੱਥੇ ਆਉਂਦਾ। ਉਹ ਸਟੂਡੈਂਟ ਜਦੋਂ ਉੱਥੋਂ ਦੀ ਕੈਨੇਡਾ ਸਟੂਡੈਂਟ ਵੀਜ਼ਾ 'ਤੇ ਆਉਣ ਬਾਰੇ ਸੋਚਦਾ, ਉਦੋਂ ਬਹੁਤ ਸਾਰੀਆਂ ਪ੍ਰੋਬਲਮਸ ਜਾਂ ਕਠਿਨਾਈਆਂ ਉਹਦੇ ਸਾਹਮਣੇ ਹੁੰਦੀਆਂ ਕਿ ਮੈਂ ਕਿਹੜੇ ਕਾਲਜ ਵਿੱਚ ਜਾਵਾਂ, ਕਿਹੜੇ ਕੋਰਸ ਨੂੰ ਚੂਜ਼ ਕਰਾਂ, ਅੱਗੇ ਜਾ ਕੇ ਮੇਰਾ ਫਿਊਚਰ ਕੀ ਹੈ। ਕਿਉਂਕਿ ਕੋਈ ਵੀ ਸਟੂਡੈਂਟ ਇਹ ਨਹੀਂ ਚਾਹੁੰਦਾ, ਮੈਕਸਿਮਮ ਸਟੂਡੈਂਟਸ ਇਸ ਲਈ ਆਉਂਦੇ ਨੇ ਕਿ ਓਵਰ ਅ ਪੀਰੀਅਡ ਉਹ ਪੜ੍ਹਾਈ ਕਰਨ ਤੋਂ ਬਾਅਦ ਇੱਥੇ ਕਿਸੇ ਨਾ ਕਿਸੇ ਤਰ੍ਹਾਂ ਇੱਥੇ ਹੀ ਰਹਿ ਜਾਣ, ਆਪਣੀ ਪਰਮਾਨੈਂਟ ਰੈਜ਼ੀਡੈਂਸੀ ਲੈ ਲੈਣ, ਸੋ ਦੈਟ ਉਹ ਇਸ ਕਮਿਊਨਿਟੀ ਦਾ ਇੱਕ ਪਾਰਟ ਬਣ ਜਾਣ। ਸੋ ਜਦੋਂ ਇਹ ਸਾਰੀਆਂ ਚੀਜ਼ਾਂ ਕੰਸੀਡਰ ਕਰਦੇ ਆ, ਉਦੋਂ ਸਟੂਡੈਂਟ ਨੂੰ ਫਸਟ ਅਪ ਹਰ ਚੀਜ਼ ਦੀ ਤਿਆਰੀ ਉੱਥੋਂ ਦੀ ਸ਼ੁਰੂ ਤੋਂ ਹੀ ਕਰਨੀ ਪੈਂਦੀ ਹੈ। ਸਭ ਤੋਂ ਪਹਿਲੀ ਤੰਗੀ ਇਹ ਆਉਂਦੀ ਹੈ ਸਟੂਡੈਂਟ ਨੂੰ, ਉਹਨੂੰ ਇਹੀ ਨਹੀਂ ਪਤਾ ਹੁੰਦਾ ਕਿ ਮੈਂ ਕਿਹੜੇ ਕੋਰਸ ਵਿੱਚ ਜਾਵਾਂ। ਵੀਜ਼ਾ ਲੈਣਾ ਜਿਹੜਾ ਹੈਗਾ ਉਹਨੂੰ ਇੱਕ ਹਊਆ ਬਣਾਇਆ ਹੋਇਆ ਲੋਕਾਂ ਨੇ ਕਹਿ ਕੇ ਕਿ ਵੀਜ਼ਾ ਨਹੀਂ ਲੱਗਦਾ। ਜਦ ਕਿ ਜੇ ਆਪਾਂ ਸੈਪਟੰਬਰ ਇਨਟੇਕ ਦੀ ਗੱਲ ਕਰ ਲਈਏ ਤਾਂ ਸ਼ਾਇਦ ਬਹੁਤ ਹੀ ਵਧੀਆ ਰਿਜ਼ਲਟਸ ਜਿਹੜੇ ਕੈਨੇਡਾ ਸਟੂਡੈਂਟ ਵੀਜ਼ਾ ਦੇ ਆਏ ਨੇ। ਜਿਹੜੇ ਵੀ ਸਟੂਡੈਂਟਸ ਦੇ ਓਵਰਆਲ 6 ਬੈਂਡਸ ਨੇ, ਪੜ੍ਹਾਈ ਦੇ ਵਿੱਚ ਚੰਗੇ ਨੰਬਰ ਨੇ, ਅਪਰੋਕਸੀਮੇਟਲੀ 60% ਮਾਰਕਸ ਦੇ ਕੋਲ ਸਟੈਂਡ ਕਰਦੇ ਆ, ਕੋਈ ਰੀਜ਼ਨ ਨਹੀਂ ਹੈਗਾ ਉਹਨਾਂ ਦਾ ਵੀਜ਼ਾ ਰਿਫਿਊਜ਼ ਕਰਨ ਦਾ। ਸਿਰਫ ਔਰ ਸਿਰਫ ਜਿਹੜੇ ਰਿਫਿਊਜ਼ਲ ਵਾਲੇ ਲੋਕੀ ਆਉਂਦੇ ਆ ਔਰ ਉਹਨਾਂ ਦੇ ਕੋਲ ਡਾਕੂਮੈਂਟਸ ਨੇ, ਰਿਫਿਊਜ਼ਲ ਲੈਟਰਸ ਨੇ, ਉਹਦੇ ਵਿੱਚ ਰੀਜ਼ਨ ਕੀ ਹੈ ਕਿ ਤੁਹਾਨੂੰ ਕੋਰਸ ਨਹੀਂ ਤੁਸੀਂ ਸਹੀ ਲਿਆ। ਇੱਕ ਸਟੂਡੈਂਟ ਜਿਹਨੇ ਪੜ੍ਹਾਈ ਦੇ ਵਿੱਚ ਕਾਮਰਸ ਬੈਕਗਰਾਊਂਡ ਦਾ ਸਟੂਡੈਂਟ ਹੈ, ਉਹਨੂੰ ਜਦੋਂ ਮੈਡੀਕਲ ਆਫਿਸ ਅਸਿਸਟੈਂਟ ਦਾ ਪ੍ਰੋਗਰਾਮ ਦੇ ਦਿੱਤਾ ਜਾਂਦਾ ਹੈ। ਜਦੋਂ ਕੋਈ ਨਾਨ ਮੈਡੀਕਲ ਦਾ ਸਟੂਡੈਂਟ ਹੈ, ਉਹਨੂੰ ਬਿਜ਼ਨਸ ਔਰ ਅਕਾਊਂਟਿੰਗ ਦਾ ਕੋਰਸ ਦੇ ਦਿੱਤਾ ਜਾਂਦਾ ਹੈ। ਜਦੋਂ ਇਸ ਤਰੀਕੇ ਦੇ ਨਾਲ ਫਾਈਲਾਂ ਐਮਬੈਸੀ ਦੇ ਵਿੱਚ ਜਾਂਦੀਆਂ, ਸਟੂਡੈਂਟ ਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈਂਦਾ। ਸੋ ਸਭ ਤੋਂ ਪਹਿਲੀ ਚੀਜ਼ ਤਾਂ ਇਹ ਹੈ ਕਿ ਸਟੂਡੈਂਟ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੈਂ ਕੀ ਪੜ੍ਹਨ ਚੱਲਾਂ ਔਰ ਕੀ ਮੇਰਾ ਵੀਜ਼ਾ ਮੇਰੀ ਪੜ੍ਹਾਈ ਦੇ ਨਾਲ ਮੈਚ ਹੁੰਦਾ, ਮੇਰੀ ਪੜ੍ਹਾਈ ਦੇ ਨਾਲ ਅਗਲੀ ਪੜ੍ਹਾਈ ਕੋਰਸ ਕੋਰਿਲੇਸ਼ਨ ਹੁੰਦੀ ਹੈ। ਜੇ ਹੁੰਦੀ ਹੈ ਤਾਂ ਵੀਜ਼ਾ ਲੈਣ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਔਖ ਨਹੀਂ ਹੈਗੀ। ਜੀ, ਤੁਹਾਡੀ ਕੰਪਨੀ ਫਿਰ ਉਹਨਾਂ ਨੂੰ ਕਿਸ ਤਰ੍ਹਾਂ ਹੈਲਪ ਕਰਦੀ ਹੈ? ਸਭ ਤੋਂ ਪਹਿਲਾ ਕੰਮ ਤਾਂ ਇਹ ਹੈ ਕਿ ਹਰ ਸਟੂਡੈਂਟ ਦਾ ਪ੍ਰੋਫਾਈਲ ਵੱਖਰਾ ਵੱਖਰਾ। ਸੋ ਫਸਟ ਆਫ ਆਲ ਵੀ ਚੈੱਕ ਕਿ ਉਹਦੀ ਰਿਕੁਆਇਰਮੈਂਟਸ ਕੀ ਹੈ ਬੱਚੇ ਦੀਆਂ, ਉਹ ਕਿਹੜੇ ਪ੍ਰੋਵਿੰਸ ਜਾਣਾ ਚਾਹੁੰਦਾ, ਉਹ ਪੜ੍ਹਾਈ ਕੀ ਕਰਨਾ ਚਾਹੁੰਦਾ, ਕਿਹੜੇ ਕੋਰਸ 'ਚ ਉਹਦੇ ਨੰਬਰ ਚੰਗੇ ਨੇ, ਉਹਦਾ ਇੰਟਰਸਟ ਕਿਸ ਪਾਸੇ ਹੈ। ਕਿਉਂਕਿ ਬਹੁਤ ਸਾਰੇ ਸਟੂਡੈਂਟਸ ਨੂੰ ਇਹ ਦੇਖਿਆ ਜਾਂਦਾ ਕਿ ਉੱਥੋਂ ਸਿਰਫ ਭੇਜਣ ਵਾਲਾ ਕੰਮ ਕੀਤਾ ਜਾਂਦਾ ਕਿ ਜਾ ਤੂੰ ਚੱਲ ਜਾ, ਬਾਕੀ ਉਸ ਤੋਂ ਬਾਅਦ ਤੇਰਾ ਰੱਬ ਰਾਖਾ, ਤੂੰ ਦੇਖੀ ਉੱਥੇ ਜਾ ਕੇ ਕੀ ਪੜ੍ਹਨਾ ਨਹੀਂ ਪੜ੍ਹਨਾ, ਕਾਲਜ ਚੇਂਜ ਕਰਨਾ, ਕੋਰਸ ਚੇਂਜ ਕਰਨਾ, ਉਹ ਬਾਅਦ ਦੇ ਵਿੱਚ ਦੇਖੀ ਇੱਕ ਵਾਰੀ ਮੈਂ ਤੈਨੂੰ ਭੇਜ ਦਿੱਤਾ। ਸੋ ਜੇ ਇਹ ਚੀਜ਼ ਆਪਾਂ ਪਹਿਲਾਂ ਹੀ ਦੇਖ ਲਈਏ, ਸਟੂਡੈਂਟ ਨੂੰ ਪਹਿਲਾਂ ਹੀ ਗਾਈਡ ਕਰ ਦਈਏ ਕਿ ਕਿਹੜੇ ਕੋਰਸ ਦੇ ਵਿੱਚ, ਕਿਹੜੇ ਕਾਲਜ ਦੇ ਵਿੱਚ ਉਹਨੂੰ ਵੀਜ਼ਾ ਮਿਲ ਸਕਦਾ, ਕਿਹੜੇ ਕਾਲਜ 'ਚ ਪੜ੍ਹਾਈ ਕਰਨ ਤੋਂ ਬਾਅਦ ਉਹਨੂੰ ਪੋਸਟ ਸਟੱਡੀ ਵਰਕ ਵੀਜ਼ਾ ਮਿਲ ਸਕਦਾ, ਕਿਸ ਪ੍ਰੋਵਿੰਸ ਦੇ ਵਿੱਚ ਉਹਦੇ ਕੋਰਸ ਦੀ ਡਿਮਾਂਡ ਕੀ ਹੈ। ਜਿਹੜੀ ਸਕਿਲਡ ਸ਼ਾਰਟੇਜ ਲਿਸਟ ਹੁੰਦੀ ਹੈ ਹਮੇਸ਼ਾ ਉਹ ਪ੍ਰੋਵਿੰਸ ਵਾਈਜ਼ ਵੀ ਹੁੰਦੀ ਹੈ। ਸੋ ਜਦੋਂ ਇਹ ਸਾਰੀਆਂ ਚੀਜ਼ਾਂ ਬੱਚੇ ਨੂੰ ਬਿਫੋਰ ਹੈਂਡ ਦੱਸ ਦਿੱਤੀਆਂ ਜਾਂਦੀਆਂ, ਉਹਨੂੰ ਇੱਥੇ ਆ ਕੇ ਕੋਈ ਸਰਪ੍ਰਾਈਜ਼ਸ ਨਹੀਂ ਮਿਲਦੇ। ਕੈਨੇਡਾ ਆ ਕੇ ਹੀ ਨੋਜ਼ ਵਾਟ ਟੂ ਐਕਸਪੈਕਟ, ਵਾਟ ਨਾਟ ਟੂ ਐਕਸਪੈਕਟ। ਦੂਜੀ ਚੀਜ਼ ਆਪਾਂ ਆ ਜਾਂਦੇ ਕਿ ਸਟੂਡੈਂਟ ਵੀਜ਼ਾ ਦੇ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਨੇ, ਉਹ ਬਹੁਤ ਸਾਰੇ ਸਟੂਡੈਂਟਸ ਨੂੰ ਨਹੀਂ ਪਤਾ ਹੁੰਦੇ। ਉੱਥੋਂ ਦੀ ਉਹਨੂੰ ਦੱਸ ਕੇ ਨਹੀਂ ਭੇਜਦੇ ਕਿ ਕਿੰਨੇ ਘੰਟੇ ਉਹਨੂੰ ਕੰਮ ਕਰਨਾ ਅਲਾਊਡ ਹੈ, ਪੜ੍ਹਾਈ ਕਿੰਨੇ ਘੰਟੇ ਕੰਪਲਸਰੀ ਹੈ। ਬਹੁਤ ਸਾਰੇ ਸਟੂਡੈਂਟਸ ਉੱਥੇ ਆ ਕੇ ਕਹਿੰਦੇ ਕਿ ਭਾਜੀ ਕਾਲਜ ਨਾ ਮੈਨੂੰ ਇੱਕ ਦਿਨ ਹੀ ਜਾਣਾ ਪਵੇ, 20 ਆਵਰਸ ਮਿਨੀਮਮ ਹਫਤੇ ਦੀ ਜੇ ਪੜ੍ਹਾਈ ਕੰਪਲਸਰੀ ਹੈ, ਤੇ ਉਹ 20 ਘੰਟੇ ਸਟੂਡੈਂਟ ਇੱਕ ਦਿਨ 'ਚ ਕਿੱਦਾਂ ਪੂਰੇ ਕਰ ਲੂ। ਔਰ ਬਹੁਤ ਸਾਰੇ ਕੰਸਲਟੈਂਟ ਉੱਥੋਂ ਦੀ ਐਡਵਾਈਜ਼ ਵੀ ਕਰ ਦਿੰਦੇ ਕਿ ਹਾਂ ਇਸ ਕਾਲਜ ਦੇ ਵਿੱਚ ਚੱਲ ਜਾ, ਇੱਥੇ ਪੜ੍ਹਾਈ ਇੱਕੋ ਦਿਨ ਕਰੇਗਾ। ਹੁਣ 24 ਘੰਟੇ ਜਦੋਂ 20 ਘੰਟੇ ਲਾਣੋ ਰਿਹਾ ਸਟੂਡੈਂਟ। ਸੋ ਜਦੋਂ ਇਹ ਸਾਰੀਆਂ ਚੀਜ਼ਾਂ ਪਤਾ ਨਹੀਂ ਹੁੰਦੀਆਂ, ਉਦੋਂ ਤੁਸੀਂ ਐਜ਼ ਐਨ ਇਗਨੋਰੈਂਟ ਪਰਸਨ ਕਿਤੇ ਨਾ ਕਿਤੇ ਗਲਤੀ ਜ਼ਰੂਰ ਕਰੋਗੇ ਔਰ ਐਂਡ ਆਫ ਦੀ ਡੇ ਉਹ ਗਲਤੀ ਦਾ ਖਮਿਆਜਾ ਭੁਗਤਣਾ ਪੈਂਦਾ। ਸੋ ਜਦੋਂ ਇਹ ਸਾਰੀਆਂ ਚੀਜ਼ਾਂ ਸਟੂਡੈਂਟ ਨੂੰ ਅਪਫਰੰਟ ਦੱਸ ਦਿੱਤੀਆਂ ਜਾਂਦੀਆਂ, ਉਹਦੀ ਆ ਕੇ ਲਾਈਫ ਇੱਥੇ ਇੰਨੀ ਆਸਾਨ ਹੋ ਜਾਂਦੀ, ਉਹਨੂੰ ਲੱਗ
ਲੱਗਦਾ ਹੀ ਨਹੀਂ ਕਿ ਕੋਈ ਚੀਜ਼ ਇਦਾਂ ਦੀ ਹੈਗੀ ਜਿਹੜੀ ਉਹਨੂੰ ਨਹੀਂ ਪਤਾ। ਪੁਨੀਤ ਜੀ, ਇਹ ਤਾਂ ਹੋਈ ਬਿਫੋਰ ਅਰਾਈਵਲ ਦੀ ਕੰਸਲਟੈਂਸੀ, ਪਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਸਟੂਡੈਂਟਸ ਪਹੁੰਚਦੇ ਆ ਬਟ ਉਸ ਤੋਂ ਬਾਅਦ ਕਈਆਂ ਨੂੰ ਹੁੰਦਾ ਕਿ ਅਸੀਂ ਕੋਰਸ ਚੇਂਜ ਕਰਨਾ ਹੈ ਜਾਂ ਫਿਰ ਕੋਈ ਹੋਰ ਕਾਲਜ ਜਾਣਾ ਚਾਹੁੰਦਾ ਹੈ, ਉਦੋਂ ਵੀ ਤੁਹਾਡੀ ਕੰਪਨੀ ਹੈਲਪ ਕਰਦੀ ਹੈ? ਬਿਲਕੁਲ ਕਰਦੀ ਹੈ ਜੀ। ਕੈਨੇਡਾ ਦੇ ਵਿੱਚ ਵੀ ਹੈਵ ਆਫਿਸ ਇਨ ਕੈਨੇਡਾ। ਕੈਨੇਡੀਅਨ ਗਵਰਨਮੈਂਟ ਤੋਂ ICCRC ਮੈਂਬਰ ਹਰਿਤ ਗਾਬਾ ਹੂ ਸਿਟਸ ਇਨ ਦੀ ਕੈਨੇਡਾ ਆਫਿਸ, ਮਿਸਿਸਾਗਾ ਦੇ ਵਿੱਚ ਆਫਿਸ ਹੈਗਾ, ਵੈਰੀ ਨੀਅਰ ਟੂ ਦ ਸਕੁਅਰ 1 ਮਾਲ। ਸੋ ਕੋਈ ਵੀ ਬੱਚਾ ਜਿਹੜਾ GTA ਦੇ ਵਿੱਚ ਪੜ੍ਹਦਾ ਹੈ ਜਾਂ ਰਹਿੰਦਾ ਹੈ, ਸ਼ਾਇਦ ਉਹਨੂੰ ਸਕੁਅਰ 1 ਦਾ ਪਤਾ ਹੁੰਦਾ। ਸੋ ਉਹ ਸਟੂਡੈਂਟ ਨੂੰ, ਜਦੋਂ ਸਟੂਡੈਂਟਸ ਇੱਥੇ ਆ ਜਾਂਦੇ, ਕੋਈ ਸਟੂਡੈਂਟ 6 ਮਹੀਨੇ ਤੋਂ ਪੜ੍ਹ ਰਿਹਾ ਜਾਂ ਸਾਲ ਤੋਂ ਪੜ੍ਹ ਰਿਹਾ, ਉਹਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਇੱਥੇ ਵੀ ਲੋੜ ਹੁੰਦੀ ਹੈ। ਜਿੱਦਾਂ ਤੁਸੀਂ ਦੱਸਿਆ ਕਿ ਵੀਜ਼ਾ ਐਕਸਟੈਂਸ਼ਨਸ, ਨਵੇਂ ਕਾਲਜ ਦੇ ਵਿੱਚ ਐਡਮਿਸ਼ਨ, ਕਿ ਇੱਕ ਕੋਰਸ ਖਤਮ ਕਰ ਲਿਆ ਸਟੂਡੈਂਟ ਦੂਸਰੇ ਕੋਰਸ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦਾ, ਜਾਂ ਜਿਵੇਂ ਕਿ ਬਹੁਤ ਸਾਰੇ ਸਟੂਡੈਂਟਸ ਜਿਹੜੇ ਉਹਨਾਂ ਕੋਰਸਿਸ ਦੇ ਵਿੱਚ ਜਾਂ ਉਹਨਾਂ ਕਾਲਜਸ ਦੇ ਵਿੱਚ ਆ ਗਏ ਜਿਹਦੇ ਵਿੱਚ ਅੱਗੇ ਉਹਨਾਂ ਨੂੰ ਫਿਊਚਰ ਨਹੀਂ ਦਿਖ ਰਿਹਾ, ਜਾਂ ਸਟੂਡੈਂਟ ਇੱਕ ਪਰਟੀਕੂਲਰ ਕੋਰਸ ਦੇ ਵਿੱਚ ਆ ਜਾਂਦਾ, ਉਹ ਕਾਮਰਸ ਬੈਕਗਰਾਊਂਡ ਦਾ, ਅਕਾਊਂਟਿੰਗ ਦੇ ਵਿੱਚ ਇੰਨਾ ਸਟਰੋਂਗ ਨਹੀਂ ਸੀਗਾ, ਉਹਦਾ ਵੀਜ਼ਾ ਲੱਗ ਗਿਆ ਬਿਜ਼ਨਸ ਐਂਡ ਅਕਾਊਂਟਿੰਗ ਦੇ ਵਿੱਚ, ਜਦੋਂ ਪੜ੍ਹਾਈ ਸ਼ੁਰੂ ਕਰਦਾ ਉਹਨੂੰ ਲੱਗਦਾ ਕਿ ਯਾਰ ਪਹਿਲਾ ਸਬਜੈਕਟ ਫੇਲ, ਦੂਜਾ ਸਬਜੈਕਟ ਫੇਲ। ਉਹ ਸਾਰੇ ਸਟੂਡੈਂਟਸ ਨੂੰ ਕਾਲਜ ਚੇਂਜ ਜਾਂ ਕੋਰਸ ਚੇਂਜ ਕਰਨਾ ਚਾਹੁੰਦੇ, ਉਹ ਸਾਰਿਆਂ ਨੂੰ ਇਹ ਫੈਸਿਲਿਟੀ ਇੱਥੇ ਦਿੱਤੀ ਜਾਂਦੀ ਹੈ। ਉਸ ਤੋਂ ਵੀ ਪਹਿਲਾਂ ਜਦੋਂ ਸਟੂਡੈਂਟ ਉੱਥੋਂ ਦੀ ਆਉਂਦਾ, ਸਪੈਸ਼ਲੀ ਉਹ ਸਟੂਡੈਂਟ ਜਿਹੜਾ ਓਮ ਗਲੋਬਲ ਦੇ ਥਰੂ ਆਉਂਦਾ, ਉਹਨੂੰ ਸਟੂਡੈਂਟ ਨੂੰ ਕਿਸੇ ਨੂੰ, ਵੈਸੇ ਮੈਕਸਿਮਮ ਲੋਕਾਂ ਦੇ ਇੱਥੇ ਰਿਲੇਟਿਵਸ ਤੇ ਫਰੈਂਡਸ ਹੈਗੇ ਆ, ਬਟ ਫਿਰ ਵੀ ਕਿਤੇ ਨਾ ਕਿਤੇ ਜੇ ਸਟੂਡੈਂਟਸ ਨੂੰ ਕੋਈ ਲੈਂਡਿੰਗ ਦੇ ਉੱਤੇ 에ਅਰਪੋਰਟ ਪਿਕਅਪ ਚਾਹੀਦਾ ਹੈ, ਸਟੂਡੈਂਟਸ ਨੂੰ ਅਕੋਮੋਡੇਸ਼ਨ ਦੀ ਪ੍ਰੋਬਲਮ ਹੈ, ਉਹ ਸਾਰੀਆਂ ਚੀਜ਼ਾਂ ਇੱਥੇ ਅਰੇਂਜ ਕੀਤੀਆਂ ਜਾਂਦੀਆਂ। ਹਰਿਤ ਗਾਬਾ ਉਹਨਾਂ ਨੂੰ ਅੱਗੇ ਉਹਦੀ ਕੀ ਪ੍ਰੋਸੀਜਰ ਹੈ, ਕਿਸ ਤਰ੍ਹਾਂ ਉਹਨਾਂ ਦਾ ਵਰਕ ਪਰਮਿਟ ਲੱਗੇਗਾ, ਕਿਸ ਤਰ੍ਹਾਂ ਉਹ ਆਪਣੀ PR ਲੈ ਸਕਦੇ ਆ, ਪੁਆਇੰਟ ਬੇਸ ਸਿਸਟਮ ਕੀ ਹੈ, PNP ਕੀ ਹੁੰਦਾ, ਫੈਡਰਲ ਸਕਿਲਡ ਕੀ ਹੁੰਦਾ, ਉਹ ਸਾਰੀਆਂ ਚੀਜ਼ਾਂ ਬਾਰੇ ਇਨਫੋਰਮੇਸ਼ਨ ਦੇ, ਸੋ ਦੈਟ ਸਟੂਡੈਂਟ ਨੂੰ ਲੱਗੇ ਕਿ ਹਾਂ ਮੈਂ ਆਈ ਐਮ ਇਨ ਸੇਫ ਹੈਂਡਸ। ਕਿਉਂਕਿ ਅਲਟੀਮੇਟਲੀ ਸਟੂਡੈਂਟ ਨੂੰ ਸਿਰਫ ਉੱਥੋਂ ਦੀ ਇੱਕ ਧੱਕਾ ਦੇ ਕੇ ਕੈਨੇਡਾ ਭੇਜ ਦੇਣਾ, ਉਸ ਤੋਂ ਬਾਅਦ ਉਹਨੂੰ ਛੱਡ ਦੇਣਾ ਕਿ ਹਾਂ ਤੂੰ ਜੋ ਕਰਨਾ ਕਰ ਲੈ। ਅਸੀਂ ਪੰਜਾਬ ਦੀ ਗੱਲ ਹੀ ਕਰ ਲਈਏ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਚਲ ਜਾਂਦੇ ਤਾਂ ਸਾਨੂੰ ਬਗਾਨਾ ਲੱਗਣ ਲੱਗ ਜਾਂਦਾ ਕਿ ਇੱਥੇ ਪਤਾ ਨਹੀਂ ਕੀ ਹੋਊਗਾ, ਮੈਂ ਆ ਫਲਾਨਾ ਕੰਮ ਕਰਨਾ ਚਾਹੁੰਦਾ, ਮਾਹੌਲ ਕਿੱਦਾਂ ਦਾ। ਤੇ ਨਾਓ ਵੀ ਆਰ ਟਾਕਿੰਗ ਅਬਾਊਟ ਕਿ ਅਸੀਂ 7 ਸਮੁੰਦਰੋਂ ਪਾਰ ਕੈਨੇਡਾ ਆ ਕੇ ਬਹਿ ਗਏ, ਔਰ ਉਹ ਸਟੂਡੈਂਟ ਜਿਹੜੇ ਜਸਟ ਹਜੇ ਹੁਣੇ +2 ਕੀਤੀ ਹੈ, 19 ਸਾਲ 20 ਸਾਲ ਉਹਦੀ ਉਮਰ ਹੈ, ਸੋ ਜਦੋਂ ਉਹਨੂੰ ਸਿਰਫ ਉੱਥੋਂ ਦੀ ਇੱਥੇ ਭੇਜ ਦਿੱਤਾ ਜਾਂਦਾ ਔਰ ਆਪਣੇ ਤੇ ਛੱਡ ਦਿੱਤਾ ਜਾਂਦਾ, ਬਹੁਤ ਜ਼ਿਆਦਾ ਚਾਂਸਸ ਨੇ ਉਹ ਕਿਤੇ ਨਾ ਕਿਤੇ ਕੁਛ ਨਾ ਕੁਛ ਗਲਤ ਕਰੂਗਾ ਔਰ ਉਸ ਗਲਤੀ ਦੀ ਸਜ਼ਾ ਬਾਅਦ ਚ ਉਹਨੂੰ ਮਿਲੂਗੀ। ਸੋ ਉਹ ਸਾਰੀਆਂ ਆਪਸ਼ਨਸ, ਉਹ ਸਾਰੀਆਂ ਫੈਸਿਲਿਟੀਜ਼, ਉਹ ਸਾਰੀ ਐਡਵਾਈਸ ਉਹ ਕੈਨੇਡਾ ਆਫਿਸ ਤੋਂ ਸਟੂਡੈਂਟ ਨੂੰ ਦਿੱਤੀ ਜਾਂਦੀ ਹੈ ਜੀ ਪੁਨੀਤ ਜੀ, ਜਿਸ ਤਰ੍ਹਾਂ ਅਸੀਂ ਦੇਖਿਆ ਕਿ ਇੰਟਰਨੈਸ਼ਨਲ ਸਟੂਡੈਂਟਸ ਦਾ ਗ੍ਰਾਫ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ, ਬੇਸ਼ੱਕ ਇਹ ਤੁਹਾਡੀ ਕੰਪਨੀ ਦਾ ਮਾਮਲਾ ਨਹੀਂ, ਪਰ ਅਸੀਂ ਇਹ ਦੇਖਿਆ ਕਿ ਇੱਧਰ ਇੰਟਰਨੈਸ਼ਨਲ ਸਟੂਡੈਂਟਸ ਕਈ ਵਾਰ ਗਲਤ ਕੰਮਾਂ ਵਿੱਚ ਪੈ ਜਾਂਦੇ ਨੇ, ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ, ਹੋਰ ਕਈ ਕੇਸਿਸ ਵਿੱਚ ਪੈ ਜਾਂਦੇ ਨੇ, ਕਿਉਂਕਿ ਤੁਹਾਡੀ ਇੱਕ ਐਜੂਕੇਸ਼ਨ ਸਰਵਿਸਿਜ਼ ਹੈ, ਤਾਂ ਤੁਸੀਂ ਕਿਸੇ ਤਰ੍ਹਾਂ ਦੀ ਕੰਸਲਟੈਂਸੀ ਵੀ ਦਿੰਦੇ ਹੋ ਕਿ ਕਿਸ ਤਰ੍ਹਾਂ ਇੱਧਰ ਪਹੁੰਚ ਕੇ ਇਸ ਕੰਟਰੀ ਦੇ ਰੂਲਸ ਨੂੰ, ਲਾਜ਼ ਨੂੰ ਕਿਸ ਤਰ੍ਹਾਂ ਸਟ੍ਰਿਕਟਲੀ ਫੋਲੋ ਕਰਨਾ ਹੈ? ਬਿਲਕੁਲ ਸਹੀ ਰੁਪਿੰਦਰ ਜੀ, ਤੁਸੀਂ ਸਹੀ ਕਹਿ ਰਹੇ ਹੋ ਕਿ ਇਹ ਪ੍ਰੋਬਲਮ ਉਦੋਂ ਹੀ ਆਉਂਦੀ ਹੈ ਜਦੋਂ ਸਟੂਡੈਂਟ ਨੂੰ ਅਨਐਕਸਪੈਕਟਿਡ ਜਦੋਂ ਚੀਜ਼ਾਂ ਉਹਦੇ ਨਾਲ ਹੁੰਦੀਆਂ। ਉੱਥੋਂ ਦੀ ਜਦੋਂ ਸਟੂਡੈਂਟ ਆਉਂਦਾ, ਉਹਨੂੰ ਇਹ ਦੱਸ ਕੇ ਭੇਜਿਆ ਜਾਏ ਕਿ ਕਿਸ ਤਰ੍ਹਾਂ ਦੇ ਮਾਹੌਲ 'ਚ ਜਾ ਰਿਹਾ, ਕੀ ਉੱਥੇ ਦਾ ਕਲਚਰ ਹੈਗਾ, ਕੀ ਉਹਦੇ ਤੋਂ ਐਕਸਪੈਕਟੇਸ਼ਨਸ ਹੈਗੀਆਂ, ਜਦੋਂ ਉਹ ਸਾਰੀਆਂ ਚੀਜ਼ਾਂ ਸਟੂਡੈਂਟ ਨੂੰ ਪਤਾ ਹੈ ਤਾਂ ਉਹ ਠੀਕ ਰਹਿੰਦਾ। ਹੁਣ ਉੱਥੇ ਇੰਡੀਆ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਆਫੀਸ਼ੀਅਲ ਕੁਆਲੀਫਿਕੇਸ਼ਨ ਨਹੀਂ ਹੈਗੀ ਸਟੂਡੈਂਟ ਨੂੰ ਸਟੂਡੈਂਟ ਵੀਜ਼ਾ 'ਤੇ ਭੇਜਣਾ ਜਾਂ ਇਮੀਗ੍ਰੇਸ਼ਨ ਦੀ ਐਡਵਾਈਸ ਦੇਣ ਲਈ। ਉੱਥੋਂ ਹੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਕਿ ਜਦੋਂ ਜਿਹਨੂੰ ਕਹਿੰਦੇ ਨੀਮ ਹਕੀਮ ਖਤਰਾ ਏ ਜਾਨ। ਸੋ ਜਦੋਂ ਸਟੂਡੈਂਟ ਨੂੰ ਸਹੀ ਐਡਵਾਈਸ ਨਹੀਂ ਮਿਲ ਰਹੀ, ਜਦੋਂ ਸਟੂਡੈਂਟ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਮੈਂ ਉੱਥੇ ਜਾ ਕੇ ਕੀ ਕਰਨਾ, ਫਿਰ ਇੱਥੇ ਆ ਕੇ ਉਹਦੇ ਐਡਵਾਈਜ਼ਰਸ ਕੌਣ ਹੋ ਜਾਂਦੇ ਆ, ਉਹ ਸਟੂਡੈਂਟਸ ਜਿਹੜੇ ਉਸ ਤੋਂ 6 ਮਹੀਨੇ ਪਹਿਲਾਂ, ਸਾਲ ਪਹਿਲਾਂ ਇੱਥੇ ਆਏ ਹੋਏ ਆ। ਸੋ ਤੁਸੀਂ ਕਿੱਦਾਂ ਐਕਸਪੈਕਟ ਕਰ ਸਕਦੇ ਹੋ ਕਿ ਜਿਹੜਾ ਬੱਚਾ ਆਪ 6 ਮਹੀਨੇ ਪਹਿਲਾਂ ਆਇਆ ਹੋਇਆ ਉਹ ਦੂਸਰੇ ਨੂੰ ਐਡਵਾਈਸ ਦੇ ਰਿਹਾ ਔਰ ਉਹ ਐਡਵਾਈਸ ਦੇ ਕੇ ਦੱਸ ਰਿਹਾ ਕਿ ਤੂੰ ਇੱਦਾਂ ਕਰ ਲਈ, ਤੂੰ ਉੱਦਾਂ ਕਰ ਲਈ। ਉਹ ਬਹੁਤ ਸਾਰੇ ਕੇਸਿਸ ਦੇ ਵਿੱਚ ਦੇਖਿਆ ਮੈਂ, ਬਹੁਤ ਸਾਰੇ ਸਟੂਡੈਂਟਸ ਨੂੰ ਇੱਥੇ ਵੀ ਮਿਲਿਆ ਕਿ ਸਰ ਮੇਰੇ ਦੋਸਤ ਨੇ ਮੈਨੂੰ ਕਹਿਤਾ ਸੀ ਇੱਦਾਂ ਕਰ ਲਈ, ਹੁਣ ਮੈਂ ਕਰ ਲਿਆ, ਹੁਣ ਮੈਂ ਫਸ ਗਿਆ, ਮੈਨੂੰ ਦੱਸੋ ਕੀ ਕਰਾਂ। ਇਹਦਾ ਬੜਾ ਸਿੰਪਲ ਐਗਜ਼ਾਮਪਲ ਹੈਗਾ। ਸਟੂਡੈਂਟਸ ਇੰਡੀਆ ਤੋਂ ਟਰੈਵਲ ਕਰ ਜਾਂਦੇ ਆ, ਇੱਥੇ ਪਹੁੰਚਦੇ ਆ, ਉਹਨਾਂ ਨੂੰ ਲੱਗਦਾ ਕਿ ਆਹ ਵਾਲਾ ਮੇਰਾ ਇਨਟੇਕ ਦੇ ਵਿੱਚ ਕੋਰਸ ਸ਼ੁਰੂ ਹੋਣਾ ਸੀਗਾ। ਸਟੂਡੈਂਟ ਨੂੰ ਲੱਗਦਾ ਕਿ ਮੈਂ ਇਸ ਕਾਲਜ 'ਚ ਨਹੀਂ ਪੜ੍ਹਨਾ ਚਾਹੁੰਦਾ, ਮੈਂ ਮੌਂਟਰੀਅਲ ਦੇ ਫੋਰ ਐਗਜ਼ਾਮਪਲ ਕਿਸੇ ਕਾਲਜ 'ਚ ਪੜ੍ਹਨਾ ਚਾਹੁੰਦਾ। ਉਹ ਉਸ ਕਾਲਜ ਤੋਂ ਵਿਡਰਾਅ ਕਰ ਲੈਂਦਾ ਜਿਹੜੇ ਕਾਲਜ 'ਚੋਂ ਇੰਡੀਆ ਤੋਂ ਆਇਆ ਸੀਗਾ। ਮੌਂਟਰੀਅਲ ਦੀ ਐਡਮਿਸ਼ਨ ਲੈਣ ਲਈ ਉਹਨੂੰ CAQ ਅਪਲਾਈ ਕਰਨਾ ਪੈਂਦਾ। ਉਹ ਆਪਣਾ CAQ ਅਪਲਾਈ ਕਰਦਾ। ਉਹ CAQ ਅਪਲਾਈ ਕਰਨ ਨੂੰ ਔਰ CAQ ਆਉਣ ਨੂੰ 4 ਤੋਂ 6 ਹਫ਼ਤੇ ਲੱਗਦੇ ਆ। ਉਹ 4 ਤੋਂ 6 ਹਫ਼ਤਿਆਂ ਦਾ ਟਾਈਮ ਉਹ ਵੇਟ ਕਰਦਾ। ਉਹ 6 ਹਫ਼ਤਿਆਂ ਤੋਂ ਬਾਅਦ ਉਹਦਾ ਜਿਹੜਾ ਕੋਰਸ ਇਨਟੇਕ ਹੈ ਉਹ ਹੋਰ 1 ਮਹੀਨੇ ਬਾਅਦ ਹੈ। ਸੋ ਅਲਟੀਮੇਟਲੀ 3 ਮਹੀਨੇ ਉਹ ਸਟੂਡੈਂਟ ਕੈਨੇਡਾ ਦੇ ਵਿੱਚ ਸਟੱਡੀ ਪਰਮਿਟ ਲੈ ਕੇ, ਸਟੱਡੀ ਵੀਜ਼ਾ ਲੈ ਕੇ ਕੈਨੇਡਾ 'ਚ ਬੈਠਾ ਔਰ 3 ਮਹੀਨੇ ਉਹਨੇ ਪੜ੍ਹਾਈ ਸ਼ੁਰੂ ਨਹੀਂ ਕੀਤੀ।
ਉਹ ਸਿੱਧਾ ਬ੍ਰੀਚ ਆਫ ਸਟੂਡੈਂਟ ਵੀਜ਼ਾ ਕੰਡੀਸ਼ਨਸ ਹੈਗੀਆਂ, ਜਿਹੜੀ ਸਟੂਡੈਂਟ ਨੂੰ ਪਤਾ ਹੀ ਨਹੀਂ ਹੁੰਦਾ। ਮੈਂ ਰੀਸੈਂਟਲੀ ਇੱਕ ਸਟੂਡੈਂਟ ਨੂੰ ਮਿਲਿਆ ਜਿਹਨੂੰ 3.5 ਮਹੀਨੇ ਹੋ ਗਏ ਕੈਨੇਡਾ ਆਏ ਨੂੰ, ਉਹ ਹਜੇ ਵੀ ਆਪਣੀ CAQ ਦੀ ਵੇਟ ਕਰ ਰਿਹਾ ਕਿ ਕਦੋਂ ਮੇਰੀ CAQ ਆਊਗੀ ਔਰ ਉਸ ਤੋਂ ਬਾਅਦ ਮੈਂ ਮੌਂਟਰੀਅਲ ਪੜ੍ਹਨ ਜਾਊਂਗਾ। ਜਦੋਂ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਹੋਣਗੀਆਂ, ਜਦੋਂ ਇਹ ਸਾਰੀਆਂ ਚੀਜ਼ਾਂ ਸਟੂਡੈਂਟ ਜਾਣਦਾ ਹੋਏਗਾ, ਉਦੋਂ ਗਲਤੀ ਕਰਨ ਦੇ ਚਾਂਸਸ ਬਹੁਤ ਘੱਟ ਨੇ। ਫਿਰ ਨਵਾਂ ਕੰਮ ਜਿਹੜਾ ਕੈਨੇਡਾ ਦੇ ਵਿੱਚ ਆਪਾਂ ਠੱਗੀ ਦੀ ਗੱਲ ਕਰਦੇ ਕਿ ਪੰਜਾਬ ਦੇ ਵਿੱਚ ਲੋਕਾਂ ਦੇ ਪੈਸੇ ਲੈ ਲਿੱਤੇ ਜਾਂਦੇ ਆ, ਪੈਸੇ ਮੋੜੇ ਨਹੀਂ ਜਾਂਦੇ। ਸੋ ਇਹਦੇ ਵਿੱਚ ਪਹਿਲੀ ਚੀਜ਼ ਤਾਂ ਐਡ ਕਰਨਾ ਚਾਹਾਂਗਾ ਕਿ ਓਮ ਗਲੋਬਲ ਨੋ ਵਿਨ ਨੋ ਫੀਸ ਦੇ ਉੱਤੇ ਸਟੂਡੈਂਟ ਦੇ ਵੀਜ਼ੇ ਦੇ ਉੱਤੇ ਕੰਮ ਕਰਦੇ ਆ ਕਿ ਜੇ ਕਿਸੇ ਸਟੂਡੈਂਟ ਦਾ ਵੀਜ਼ਾ ਉੱਥੋਂ ਨਹੀਂ ਲੱਗਦਾ, ਉਹਦਾ ਮੋਨਿਟਰੀ ਲਾਸ ਨਹੀਂ ਕੋਈ ਵੀ ਹੁੰਦਾ। ਸੋ ਇੱਥੇ ਜਦੋਂ ਇਹ ਚੀਜ਼ ਮੈਂ ਆ ਕੇ ਦੇਖਣ ਦੀ ਕੋਸ਼ਿਸ਼ ਕੀਤੀ ਕਿ ਸਟੂਡੈਂਟ ਜਿਹੜਾ ਚੇਂਜ ਕਰਦਾ ਹੈ ਉਹਨੂੰ ਤੋਂ ਕਿੰਨੇ ਪੈਸੇ ਲਿੱਤੇ ਜਾਂਦੇ, ਕਿੰਨਾ ਕੁਝ ਲਿੱਤਾ ਜਾਂਦਾ, ਬੜੀ ਹੈਰਾਨੀ ਵਾਲੀ ਗੱਲ ਹੈ ਕਿ ਉਹ ਠੱਗੀ ਵਾਲਾ ਮਸਲਾ ਕੈਨੇਡਾ ਵਿੱਚ ਵੀ ਪਹੁੰਚਿਆ ਹੋਇਆ। ਬਹੁਤ ਸਾਰੇ ਏਜੰਟ, ਬਹੁਤ ਸਾਰੇ ਕੰਸਲਟੈਂਟਸ ਇੱਥੇ ਵੀ ਬੈਠੇ ਨੇ ਜਿਹੜੇ ਸਟੂਡੈਂਟਸ ਨੂੰ ਮੌਂਟਰੀਅਲ ਕਾਲਜਸ ਦੇ ਵਿੱਚ ਸ਼ਿਫਟ ਕਰਨ ਦੇ ਵਿੱਚ ਫੰਡਿੰਗ ਦੇ ਵਿੱਚ ਹੈਲਪ ਕਰਦੇ ਆ ਕਿ ਇਹੀ ਤੇਰੇ ਫੰਡ ਕਰਾ ਦਾਂਗੇ, $500 ਲਵਾਂਗੇ, $700 ਲਵਾਂਗੇ। ਸੋ ਉਹ ਕੰਮ ਜਿਹੜਾ ਪੰਜਾਬ ਦੇ ਵਿੱਚ ਚੱਲਦਾ ਸੀ, ਕੁਝ ਲੋਕਾਂ ਨੇ ਇੱਥੇ ਆ ਕੇ ਵੀ ਉਹ ਕੰਮ ਸ਼ੁਰੂ ਕਰ ਲਿਆ ਔਰ ਇੱਥੇ ਵੀ ਉਹ ਸਟੂਡੈਂਟ ਨੂੰ ਜਿਹੜਾ ਆਲਰੇਡੀ ਪਹਿਲਾਂ 8-10 ਲੱਖ ਰੁਪਇਆ ਖਰਚ ਕੇ ਆਇਆ, GIC, ਆਪਣੀ ਟਿਊਸ਼ਨ ਫੀਸ, ਐਮਬੈਸੀ ਫੀਸ, ਹੋਰ ਸਾਰੇ ਪੈਸੇ ਖਰਚ ਕੇ ਆਇਆ, ਇੱਥੇ ਆ ਕੇ ਫਿਰ ਉਹ ਫੰਡਾਂ ਦੇ ਪੈਸੇ ਦਿੰਦਾ ਹੈ, ਫਿਰ ਉਹ ਪ੍ਰੋਸੈਸਿੰਗ ਫੀਸਾਂ ਦੇਣੀਆਂ ਸ਼ੁਰੂ ਕਰਦਾ ਇੱਥੇ ਦੇ ਏਜੰਟਸ ਨੂੰ ਤਾਂ ਕਿ ਉਹਨੂੰ ਸ਼ਿਫਟ ਕਰਕੇ ਦੂਜੇ ਕਾਲਜ ਪਾਤਾ ਜਾਏ। ਔਰ ਉਹਦੇ ਬਾਵਜੂਦ ਵੀ ਉਹ ਵੀਜ਼ਾ ਕੰਡੀਸ਼ਨ ਆਪਣੀ ਬਚਾ ਨਹੀਂ ਸਕਦਾ ਕਿਉਂਕਿ 3-3 ਮਹੀਨੇ 4-4 ਮਹੀਨੇ ਉਹਨੂੰ CAQ ਔਰ ਐਡਮਿਸ਼ਨ ਲਈ ਵੇਟ ਕਰਾਉਣੀ ਪੈ ਰਹੀ ਹੈ। ਜੀ ਪੁਨੀਤ ਜੀ, ਕਿਸ ਤਰ੍ਹਾਂ ਵਿਦਿਆਰਥੀ ਅਜਿਹੀਆਂ ਧਾਂਦਲੀਆਂ ਤੋਂ ਬਚ ਸਕਦੇ ਨੇ? ਇਸੇ ਸੰਬੰਧੀ ਸਾਡੀ ਗੱਲਬਾਤ ਰਹੇਗੀ ਜਾਰੀ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ब्रेक तो बाद एक बार फिर तो तुहाडा स्वागत है। गलबात चल रही है ओम ग्लोबल एजुकेशन सर्विसेज के MD पुनीत खन्ना जी के नाल। पुनीत जी, जिस तरह असीं ब्रेक तो पहला गल कर रहे सी कि स्टूडेंट्स किसी न किसी फ्रॉड का शिकार हो जाते हैं, पर दूजे पासे असीं देखिया कि कई स्टूडेंट्स नूं पता हुंदा है कंट्री के रूल्स की हैगे, कंट्री के लॉज की हैगे, वो किन्ने घंटे काम कर सकते हैं, पर फिर भी वो ओवर आवर्स काम करते हैं। वो क्यों इस तरह के चक्कर विच फसते जाते हैं? ਜਦੋਂ ਸਟੂਡੈਂਟ ਦਾ ਵੀਜ਼ਾ ਲੱਗ ਜਾਂਦਾ, ਜਿਵੇਂ ਕਿ ਆਪਾਂ ਹੁਣੇ ਵੀ ਗੱਲ ਕੀਤੀ ਕਿ ਉਦੋਂ ਬਹੁਤ ਸਾਰੇ ਕੰਸਲਟੈਂਟਸ ਲਈ ਕੰਮ ਖਤਮ ਹੋ ਜਾਂਦਾ ਕਿ ਉਹਦਾ ਵੀਜ਼ਾ ਲੱਗ ਗਿਆ, ਉਹਦਾ ਪਾਸਪੋਰਟ ਉਹਦੇ ਹੱਥ 'ਚ ਆ ਗਿਆ, ਪੈਸੇ ਲੈ ਲਏ, ਗੱਲ ਖਤਮ। ਬੇਸਿਕਲੀ ਤਾਂ ਕੰਮ ਸਟੂਡੈਂਟ ਦੀ ਲਾਈਫ ਦੇ ਵਿੱਚ ਉਹਦਾ ਕੰਮ ਤਾਂ ਹੁਣ ਸ਼ੁਰੂ ਹੋਇਆ। ਜੇ ਉਹਨੂੰ ਉਦੋਂ ਪ੍ਰੀ ਡਿਪਾਰਚਰ ਕੋਚਿੰਗ ਦਿੱਤੀ ਜਾਵੇ, ਜੇ ਉਹਨੂੰ ਦੱਸਿਆ ਜਾਏ ਉਹਦੇ ਕਿ ਕੰਮ ਕਰਨ ਦੇ ਕਿੰਨੇ ਰਾਈਟਸ ਨੇ ਜਾਂ ਕਿੰਨੀ ਦੇਰ ਉਹ ਕੰਮ ਕਰ ਸਕਦਾ, ਕਿੱਥੇ ਕਿੱਥੇ ਉਹ ਕਿਸ ਫੀਲਡ 'ਚ ਕੰਮ ਕਰ ਸਕਦਾ, ਤੇ ਫਿਰ ਸ਼ਾਇਦ ਇਹ ਡੈਪੂਟੇਸ਼ਨ ਵਾਲੀ ਇੱਦਾਂ ਦੀਆਂ ਸਟੋਰੀਆਂ ਕਦੀ ਸਾਹਮਣੇ ਆਉਣ ਹੀ ਨਾ। ਬਹੁਤ ਸਾਰੇ ਸਟੂਡੈਂਟ ਜਦੋਂ ਇੱਥੇ ਲੈਂਡ ਕਰਦੇ ਆ, ਉਦੋਂ ਹਰ ਸਟੂਡੈਂਟ ਨੂੰ ਇੱਕ ਸਟੱਡੀ ਪਰਮਿਟ ਇਸ਼ੂ ਹੁੰਦਾ। ਹਰ ਸਟੱਡੀ ਪਰਮਿਟ ਨੂੰ ਜੇ ਧਿਆਨ ਨਾਲ ਸਟੂਡੈਂਟ ਆਪਣੇ ਸਟੱਡੀ ਪਰਮਿਟ ਨੂੰ ਪੜ੍ਹ ਲਵੇ, ਹਰ ਸਟੱਡੀ ਪਰਮਿਟ ਦੇ ਉੱਤੇ ਉਹਦੀਆਂ ਕੰਡੀਸ਼ਨਸ ਲਿਖੀਆਂ ਹੁੰਦੀਆਂ। ਉਹ ਕੋਈ ਵੀ ਕੰਡੀਸ਼ਨ ਹੋ ਸਕਦੀ ਹੈ, ਇਟ ਇਜ਼ ਡਿਫਰੈਂਟ ਫॉर ਡਿਫਰੈਂਟ ਸਟੂਡੈਂਟਸ ਕਿ ਤੂੰ ਸਿਰਫ ਓਨਟਾਰੀਓ ਦੇ ਕਾਲਜ ਪੜ੍ਹਨ ਲਈ ਐਲੀਜੀਬਲ ਆ, ਕਈ ਕੇਸਿਸ ਦੇ ਵਿੱਚ ਕਿ ਤੈਨੂੰ ਪੋਸਟ ਸਟੱਡੀ ਵਰਕ ਵੀਜ਼ਾ ਲਈ ਤੂੰ ਐਲੀਜੀਬਲ ਨਹੀਂ ਹੈਗਾ, ਕਈ ਕੇਸਿਸ ਦੇ ਵਿੱਚ ਕਿ ਤੂੰ ਸਿਰਫ ਕਮਿਊਨਿਟੀ ਕਾਲਜ ਦਾ ਵੀਜ਼ਾ ਲੈ ਕੇ ਆਇਆ, ਤੂੰ ਕਮਿਊਨਿਟੀ ਕਾਲਜ ਵਿੱਚ ਹੀ ਪੜ੍ਹੇਂਗਾ, ਜੇ ਪ੍ਰਾਈਵੇਟ ਕਾਲਜ 'ਚ ਚੇਂਜ ਕਰਨਾ ਜਾਂ ਕੁਝ ਵੀ ਹੋਰ ਕਰਨਾ। ਸੋ ਜਦੋਂ ਸਟੂਡੈਂਟ ਨੂੰ ਇਹ ਕੰਡੀਸ਼ਨਸ ਪਤਾ ਹੋਣਗੀਆਂ, ਉਦੋਂ ਕਦੀ ਵੀ ਸਟੂਡੈਂਟ ਉਹ ਕੰਡੀਸ਼ਨਸ ਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕਰੂਗਾ। ਪ੍ਰੋਬਲਮ ਕਿੱਥੇ ਹੈ? ਨਾ ਸਟੂਡੈਂਟ ਨੂੰ ਉਸ ਸਟੱਡੀ ਪਰਮਿਟ ਬਾਰੇ ਦੱਸਿਆ ਜਾਂਦਾ, ਨਾ ਸਟੂਡੈਂਟ ਉਹਨੂੰ ਆਪ ਪੜ੍ਹਨ ਦੀ ਕੋਸ਼ਿਸ਼ ਕਰਦਾ। ਉਹ ਸਾਰੀਆਂ ਕੰਡੀਸ਼ਨਸ ਨੂੰ ਜੇ ਤੁਸੀਂ ਚੇਂਜ ਕਰਨਾ ਚਾਹੁੰਦੇ ਹੋ, ਉਹਦੇ ਇਲਾਵਾ ਕੁਝ ਕਰਨਾ ਚਾਹੁੰਦੇ ਹੋ, ਉਹ ਸਾਰੀਆਂ ਕੰਡੀਸ਼ਨਸ ਦੀ ਵੇਵਰ ਪੈ ਜਾਂਦੀ ਹੈ। ਸੋ ਇਮੀਗ੍ਰੇਸ਼ਨ ਨੂੰ ਤੁਸੀਂ ਦੁਬਾਰਾ ਇੱਥੇ ਪਹੁੰਚ ਕੇ ਅਪਲਾਈ ਕਰ ਦਿਓ ਕਿ ਆਹ ਕੰਡੀਸ਼ਨ ਮੇਰੇ ਸਟੱਡੀ ਪਰਮਿਟ ਤੇ ਤੁਸੀਂ ਲਾਈ ਸੀਗੀ, ਮੈਂ ਇਸ ਕੰਡੀਸ਼ਨ ਲਈ ਵੇਵਰ ਚਾਹੁੰਦਾ ਹਾਂ। ਤੁਸੀਂ ਕਹੋ ਕਿ ਮੈਨੂੰ 20 ਘੰਟੇ ਹਫ਼ਤੇ 'ਚ ਕੰਮ ਕਰਨ ਦੀ ਪਰਮਿਸ਼ਨ ਹੈ, ਉਹਦੀ ਮੈਨੂੰ ਵੇਵਰ ਦੇ ਦਿਓ ਤਾਂ ਮੈਨੂੰ 40 ਘੰਟੇ ਕੰਮ ਕਰਨ ਦਿਓ, ਦੈਟ ਇਜ਼ ਨਾਟ ਗੋਇੰਗ ਟੂ ਹੈਪਨ। ਸੋ ਜਿਹੜੀਆਂ ਅਦਰਵਾਈਜ਼ ਚੀਜ਼ਾਂ ਹੈਗੀਆਂ, ਉਹ ਸਾਰਿਆਂ ਦੀ ਵੇਵਰ ਜਿਹੜੀ ਤੁਸੀਂ ਹੈਗੀ ਹੈ, ਉਹ ਕੈਨੇਡਾ ਆਫਿਸ ਤੋਂ ਹਰ ਇੱਕ ਨੂੰ ਮਿਲ ਕੇ ਉਹ ਪਵਾ ਸਕਦੇ ਹੋ। ਉਹਨੂੰ ਸਮਝ ਸਕਦੇ ਹੋ ਕਿ ਮੈਨੂੰ ਕੀ ਕਰਨਾ ਚਾਹੀਦਾ, ਮੈਨੂੰ ਕੀ ਨਹੀਂ ਕਰਨਾ ਚਾਹੀਦਾ, ਤਾਂ ਜੋ ਲੌਂਗ ਰਨ ਦੇ ਵਿੱਚ ਕਿਸੇ ਵੀ ਸਟੂਡੈਂਟ ਨੂੰ ਇੱਦਾਂ ਦੀ ਆ ਜਿਹੜੀ ਡੈਪੂਟੇਸ਼ਨ ਵਾਲੀ ਚੀਜ਼ ਆ ਜਾਂ ਹੋਰ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਓਫੈਂਸ ਦੇ ਵਿੱਚ ਉਹ ਸਟੂਡੈਂਟ ਅੱਗੇ ਜਾ ਕੇ ਨਾ ਫਸੇ। ਜੀ ਬਿਲਕੁਲ, ਬਿਕਾਜ਼ ਜਦੋਂ ਇਹ ਡਿਪੋਰਟੇਸ਼ਨ ਦਾ ਕੇਸ ਆਇਆ ਸੀ ਤਾਂ ਅਸੀਂ ਆਪ ਇਮੀਗ੍ਰੇਸ਼ਨ ਮਿਨਿਸਟਰ ਨਾਲ ਵੀ ਗੱਲਬਾਤ ਕੀਤੀ ਸੀ, ਤਾਂ ਇਮੀਗ੍ਰੇਸ਼ਨ ਮਿਨਿਸਟਰ ਦਾ ਵੀ ਇਹੀ ਕਹਿਣਾ ਸੀ ਕਿ ਜਦੋਂ ਸਟੂਡੈਂਟ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ, ਉਸ ਦੀ ਅਪਲਾਈ ਕਰਦਾ ਹੈ, ਤਾਂ ਇੱਕ ਕਾਲਮ ਹੁੰਦਾ ਹੈ ਕਿ ਕੀ ਉਹ ਇਸ ਕੋਰਸ ਦੀ ਫੀਸ ਬੇਅਰ ਕਰ ਸਕਦਾ ਹੈ, ਤਾਂ ਉਹ ਆਪ ਉਸ ਤੇ ਟਿਕ ਮਾਰਕ ਕਰਦੇ ਆ। ਫਿਰ ਉਹ ਕਿਉਂ ਆ ਕੇ ਇੱਧਰ ਕਹਿੰਦੇ ਆ ਕਿ 20 ਘੰਟੇ ਵਿੱਚ ਅਸੀਂ ਆਪਣੀ ਫੀਸ ਨਹੀਂ ਕੱਢ ਸਕਦੇ? ਜਦੋਂ ਸਟੂਡੈਂਟ ਇਹ ਗੱਲ ਕਹਿੰਦਾ ਕਿ ਮੈਂ 20 ਘੰਟੇ 'ਚ ਫੀਸ ਨਹੀਂ ਕੱਢ ਸਕਦਾ, ਉਦੋਂ ਇਮੀਗ੍ਰੇਸ਼ਨ ਦਾ ਸਿੱਧਾ ਜਵਾਬ ਹੀ ਇਹ ਹੈ ਕਿ ਇਹ ਜਿਹੜੇ 20 ਘੰਟੇ ਤੁਹਾਨੂੰ ਕੰਮ ਲਈ ਲਾਏ ਇੱਥੇ ਦਿੱਤੇ ਗਏ ਆ, ਇਟ ਇਜ਼ ਨਾਟ ਟੂ ਅਰਨ ਮਨੀ,
ਇਟ ਇਜ਼ ਟੂ ਗੈਟ ਐਕਸਪੀਰੀਅੰਸ ਕਿ ਜਿਹੜੀ ਤੁਸੀਂ ਪੜ੍ਹਾਈ ਕੀਤੀ ਹੈ ਜਾਂ ਜਿਹੜੀ ਡੇ ਟੂ ਡੇ ਇੱਥੇ ਦੇ ਵਰਕਿੰਗ ਕਲਚਰ ਦੇ ਨਾਲ ਅਡੈਪਟ ਕਰਨ ਲਈ ਉਹ 20 ਘੰਟੇ ਦੀ ਪਰਮਿਸ਼ਨ ਦਿੱਤੀ ਜਾਂਦੀ, ਨਾ ਕਿ ਪੈਸੇ ਕਮਾ ਕੇ ਆਪਣੀਆਂ ਫੀਸਾਂ ਤਾਰਨ ਲਈ। GIC ਹੈਗੀ ਹੈ, GIC 'ਚੋਂ ਸਟੂਡੈਂਟ ਆਪਣਾ ਲਿਵਿੰਗ ਐਕਸਪੈਂਸ ਤੇ ਸਾਰਾ ਕੁਝ ਕੱਢ ਲੈਂਦਾ। ਔਨ ਦੀ ਅਦਰ ਹੈਂਡ ਫੀਸ ਉੱਥੋਂ ਦੀ 6 ਮਹੀਨੇ ਦੀ ਦਿੱਤੀ ਹੈ, ਸਾਲ ਦੀ ਦੇਤੀ, ਪ੍ਰੋਗਰਾਮ 2 ਸਾਲ ਦਾ। ਫਿਰ ਸਟੂਡੈਂਟ ਨੂੰ ਲੱਗਦਾ ਕਿ ਮੈਂ ਹੁਣ ਘਰੋਂ ਅੱਗੇ ਬੜੇ ਔਖੇ ਸੌਖੇ 15-20 ਲੱਖ ਰੁਪਏ ਖਰਚ ਕੇ ਆ ਗਿਆ, ਹੁਣ ਮੈਂ ਪੈਸੇ ਜਿੰਨੇ ਕੁ ਸੀਗੇ ਉਹ ਲਵਾਤੇ, ਅੱਗੋਂ ਮੈਨੂੰ ਘਰੋਂ ਪੈਸੇ ਨਾ ਮੰਗਾਣੇ ਪੈਣ। ਸੋ ਜਦੋਂ ਅੱਗੋਂ ਪੈਸੇ ਨਾ ਮੰਗਾਣੇ ਪੈਣ ਦਾ ਪ੍ਰੈਸ਼ਰ ਹੁੰਦਾ, ਉਦੋਂ ਸਟੂਡੈਂਟ ਨੂੰ ਕਦੀ ਵੀ ਇਹ ਯਾਦ ਨਹੀਂ ਰਹਿੰਦਾ ਕਿ ਮੈਂ 20 ਘੰਟੇ ਕੰਮ ਕਰਨਾ ਸੀ। ਬਟ ਔਨ ਦੀ ਅਦਰ ਹੈਂਡ ਜਦੋਂ ਸਟੂਡੈਂਟ ਨੂੰ ਪਤਾ ਹੈ ਕਿ ਇਹਦੇ ਕੌਨਸੀਕੁਐਂਸਿਸ ਕੀ ਨੇ, ਐਂਡ ਆਫ ਦੀ ਡੇ ਸਾਰੀ ਕਹਾਣੀ ਕੌਨਸੀਕੁਐਂਸਿਸ ਤੇ ਆਉਂਦੇ। ਜਦੋਂ ਤੁਹਾਨੂੰ ਪਤਾ ਕਿ ਇਹਦੇ ਕੌਨਸੀਕੁਐਂਸਿਸ ਬਹੁਤ ਮਾੜੇ ਨੇ, ਕੋਈ ਵੀ ਸਟੂਡੈਂਟ ਵਾਪਸ ਨਹੀਂ ਜਾਣਾ ਚਾਹੂਗਾ ਕਿ ਐਜ਼ ਅ ਡੈਪੂਟੇਸ਼ਨ ਕਿ ਦੁਬਾਰਾ ਕਦੀ ਕੈਨੇਡਾ ਆਉਣ ਜੋਗਾ ਨਾ ਰਵੇ। ਸੋ ਜਦੋਂ ਕੌਨਸੀਕੁਐਂਸਿਸ ਤੁਹਾਨੂੰ ਪਤਾ ਹੋਊਗਾ ਕਿ ਇਹ ਕਰੂੰਗਾ ਤੇ ਇਹਦੀ ਸਜ਼ਾ ਇਹ ਹੈ, ਇਹ ਕਰੂੰਗਾ ਤੇ ਇਹਦੀ ਸਜ਼ਾ ਇਹ ਹੈ, ਕਦੀ ਵੀ ਕੋਈ ਵੀ ਸਟੂਡੈਂਟ ਇਹ ਚੀਜ਼ਾਂ ਫੋਲੋ ਨਹੀਂ ਕਰਦਾ। ਜੋਬਨ ਵਾਲੇ ਕੇਸ ਦੀ ਜੇ ਆਪਾਂ ਗੱਲ ਕਰ ਲਈਏ, ਜਿੰਨਾ ਉਹਦੇ ਵਿੱਚ ਸਾਰੇ ਲੋਕਾਂ ਨੇ ਉਹਨੂੰ ਸਪੋਰਟ ਕੀਤਾ, ਪੰਜਾਬੀ ਕਮਿਊਨਿਟੀ ਨੇ ਉਹਨੂੰ ਸਪੋਰਟ ਕੀਤਾ, ਇੰਟਰਨੈਸ਼ਨਲ ਸਟੂਡੈਂਟਸ ਨੇ ਸਪੋਰਟ ਕੀਤਾ, ਮੀਡੀਆ ਨੇ ਕੀਤਾ, ਇਮੀਗ੍ਰੇਸ਼ਨ ਮਿਨਿਸਟਰ ਤੱਕ ਜਿਵੇਂ ਤੁਸੀਂ ਕਿਹਾ ਕਿ ਸਾਰਾ ਕੁਝ ਪਹੁੰਚ ਗਿਆ। ਬਟ ਐਟ ਦੀ ਐਂਡ ਆਫ ਦੀ ਡੇ ਹਰ ਬੰਦੇ ਨੇ ਉਹਨੂੰ ਸਿੰਪਥੀ ਜ਼ਰੂਰ ਦਿੱਤੀ, ਬਟ ਹੈਲਪ ਉਹਦੀ ਕੋਈ ਨਹੀਂ ਕਰ ਸਕਿਆ, ਬਿਕੋਜ਼ ਇਸ ਕੰਟਰੀ ਦੇ ਵਿੱਚ ਜਿਹੜੇ ਲਾਜ਼ ਨੇ ਨਾ, ਉਹ ਲਾਜ਼ ਬਹੁਤ ਸਟ੍ਰਿਕਟ ਨੇ ਔਰ ਉਹਦੇ ਕੌਨਸੀਕੁਐਂਸਿਸ ਜੇ ਤੁਸੀਂ ਬ੍ਰੇਕ ਕਰਦੇ ਹੋ ਉਹ ਤੁਹਾਨੂੰ ਫੋਲੋ ਕਰਨੇ ਪੈਂਦੇ ਨੇ। ਸੋ ਕੱਲ ਨੂੰ ਇਹ ਨਹੀਂ ਕਹਿਣਾ, ਜਿਵੇਂ ਕਹਿੰਦੇ ਆ ਕਿ ਇਗਨੋਰੈਂਸ ਇਜ਼ ਨੋ ਪਲੀ, ਕਿ ਮੈਨੂੰ ਪਤਾ ਨਹੀਂ ਸੀ ਇਸ ਕਰਕੇ ਮੈਂ ਇਹ ਕੰਮ ਕਰਤਾ। ਤੁਹਾਨੂੰ ਪਤਾ ਸੀ ਜਾਂ ਤੁਹਾਨੂੰ ਨਹੀਂ ਪਤਾ ਸੀ, ਉਹਦੇ ਜ਼ਿੰਮੇਵਾਰ ਤੁਸੀਂ ਹੋ। ਜੇ ਤੁਸੀਂ ਇੱਦਾਂ ਦਾ ਕੋਈ ਵੀ ਐਕਸ਼ਨ ਲੈਂਦੇ ਹੋ, ਉਹਦੀ ਸਜ਼ਾ ਭੁਗਤਣ ਲਈ ਅੱਜ ਨਹੀਂ ਤਾਂ ਕੱਲ ਤਿਆਰ ਰਹਿਣਾ ਪੈਣਾ ਤੁਹਾਨੂੰ। ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਸਟੂਡੈਂਟ ਵੀਜ਼ਾ ਨਾਲ ਜ਼ਿਆਦਾਤਰ ਡੀਲ ਕਰਦੇ ਹੋ, ਬਟ ਜੇ ਕੋਈ ਕਿਸੇ ਹੋਰ ਤਰੀਕੇ ਨਾਲ ਇੱਧਰ ਆਉਣਾ ਚਾਹੁੰਦਾ ਹੈ, PR ਦੇ ਜ਼ਰੀਏ ਜਾਂ ਵਰਕ ਪਰਮਿਟ ਦੇ ਜ਼ਰੀਏ, ਤਾਂ ਤੁਸੀਂ ਉਹਨਾਂ ਕੇਸਿਸ ਵਿੱਚ ਵੀ ਹੈਲਪ ਕਰਦੇ ਹੋ? ਨਾਟ ਸਟੂਡੈਂਟਸ, ਪੀਪਲ ਹੂ ਵਾਂਟ ਟੂ ਕਮ ਫॉर ਅ PR ਕਿ ਮੈਂ PR ਅਪਲਾਈ ਕਰਨਾ ਚਾਹੁੰਦਾ ਵਾਂ, ਜਾਂ ਫੈਡਰਲ ਸਕਿਲਡ ਹੈ ਜਾਂ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਹੈ। ਜਿਹੜੇ ਇੱਥੋਂ ਦੀ ਸਟੂਡੈਂਟਸ ਹੈ ਉਹ ਵੀ ਅਲਟੀਮੇਟਲੀ ਉਹਨਾਂ ਦਾ ਗੋਲ ਵੀ ਜਦੋਂ PR ਦੇ ਉੱਤੇ ਆ ਜਾਂਦਾ ਹੈ, ਉਹ ਵੀ ਪੁਆਇੰਟਸ ਆਪਣੀ ਕੈਲਕੂਲੇਸ਼ਨ ਲਈ ਆਫਿਸ ਜਾ ਸਕਦੇ ਆ, ਵਿਜ਼ਿਟ ਕਰ ਸਕਦੇ ਆ, ਕਾਲ ਕਰ ਸਕਦੇ ਹੋ ਤੁਸੀਂ ਨੰਬਰ ਤੇ, ਆਪਣੀ ਅਪਾਇੰਟਮੈਂਟ ਬਣਾ ਸਕਦੇ ਹੋ, ਇੰਡੀਆ ਆਫਿਸ ਕਾਲ ਕਰ ਸਕਦੇ ਹੋ, ਕੈਨੇਡਾ ਕਾਲ ਕਰ ਸਕਦੇ ਹੋ। ਸੋ ਕਿਸੇ ਵੀ ਤਰ੍ਹਾਂ ਤੁਸੀਂ ਸਟੂਡੈਂਟ ਵੀਜ਼ਾ, ਪਰਮਾਨੈਂਟ ਰੈਜ਼ੀਡੈਂਸੀ, ਕਿਸੇ ਵੀ ਤਰ੍ਹਾਂ ਦੀ ਗਾਈਡੈਂਸ ਲੈਣਾ ਚਾਹੁੰਦੇ ਹੋ, ਕਿਸੇ ਵੀ ਗਾਈਡੈਂਸ ਦਾ ਕੋਈ ਵੀ ਪੈਸਾ ਨਾ ਤੁਸੀਂ ਇੰਡੀਆ ਦਿੰਦੇ ਹੋ, ਨਾ ਅਸੀਂ ਕੈਨੇਡਾ ਦੇ ਵਿੱਚ ਉਹਦਾ ਕੋਈ ਵੀ ਪੈਸਾ ਚਾਰਜ ਕਰਦੇ ਹਾਂ। ਸੋ ਯੋਰ ਐਡਵਾਈਸ ਇਜ਼ ਫ੍ਰੀ ਆਫ ਕਾਸਟ, ਸੋ ਉਹਨੂੰ ਜ਼ਰੂਰ ਲੈ ਲੈਣਾ ਚਾਹੀਦਾ ਜੀ। ਸਟੂਡੈਂਟਸ ਇਸ ਤਰ੍ਹਾਂ ਦੀਆਂ ਧਾਂਦਲੀਆਂ ਤੋਂ ਜਾਂ ਜਿਹੜੇ ਫਰਾਡ ਹੁੰਦੇ ਆ ਉਹਨਾਂ ਤੋਂ ਕਿਸ ਤਰ੍ਹਾਂ ਬਚ ਸਕਦੇ ਆ, ਤੇ ਤੁਹਾਡੀ ਕੰਪਨੀ ਨੂੰ ਕਿਵੇਂ ਅਪਰੋਚ ਕਰਨ? ਤੁਸੀਂ ਉਹਨਾਂ ਨੂੰ ਕਿੰਨੀ ਕੁ ਕੰਸਲਟੈਂਸੀ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਫ੍ਰੀ ਆਫ ਕਾਸਟ ਦਿੰਦੇ ਹੋ, ਉਸ ਦੇ ਬਾਰੇ ਦੱਸੋ। ਦੇਖੋ, ਜਿਹੜਾ ਇੰਡੀਆ ਤੋਂ ਤਾਂ ਵੀਜ਼ਾ ਅਪਲਾਈ ਕਰਨ ਦਾ ਉਹਦੇ 'ਚ ਤਾਂ ਸਿੰਪਲ ਜਿਹਾ ਰੂਲ ਹੈ ਕਿ ਸਟੂਡੈਂਟ ਨੇ ਕੋਈ ਵੀ ਪੈਸਾ ਵੀਜ਼ਾ ਲੱਗਣ ਤੋਂ ਪਹਿਲਾਂ ਨਹੀਂ ਦੇਣਾ। ਜਦੋਂ ਤੱਕ ਸਟੂਡੈਂਟ ਦਾ ਵੀਜ਼ਾ ਨਹੀਂ ਲੱਗ ਜਾਂਦਾ, ਉਹਨੂੰ ਪੈਸੇ ਦਾ ਕੋਈ ਨੁਕਸਾਨ ਨਹੀਂ ਹੈਗਾ, ਕੋਈ ਮੋਨੀਟਰੀ ਲਾਸ ਦੇ ਉੱਤੇ ਕੰਮ ਨਹੀਂ। ਕੋਈ ਇੱਦਾਂ ਦਾ ਨਹੀਂ ਕਿ ਸਟੂਡੈਂਟ ਆਉਂਦਾ ਹੈ ਜੀ 25,000 ਪ੍ਰੋਸੈਸਿੰਗ ਫੀਸ ਦੇ ਦੇਵੇ, ਫਿਰ ਉਸ ਤੋਂ ਬਾਅਦ ਵੀਜ਼ਾ ਅਪਲਾਈ ਕਰਨ ਦੇ ਪੈਸੇ ਦੇ ਦਿਓ, ਫਿਰ ਆਫਰ ਲੈਟਰ ਦੇ ਪੈਸੇ ਦੇ ਦਿਓ। ਪੰਜਾਬ ਦੇ ਵਿੱਚ ਜੇ ਦੇਖੀਏ ਤਾਂ ਹਰ ਸਟੈਪ ਤੇ ਵੱਖਰੇ ਵੱਖਰੇ ਲੈਵਲ ਤੇ ਵੱਖਰੀਆਂ ਵੱਖਰੀਆਂ ਉਹ ਕਹਿੰਦੇ ਆ ਸਲੈਬਸ ਬਣੀਆਂ ਹੋਈਆਂ ਕਿ ਇੰਨੇ ਪੈਸੇ ਹੁਣ ਦੇ ਦਿਓ, ਇੰਨੇ ਪੈਸੇ ਹੁਣ ਦੇ ਦਿਓ। ਸੋ ਉਹ ਉਸ ਤਰ੍ਹਾਂ ਦਾ ਕੋਈ ਚੀਜ਼ ਨਹੀਂ ਹੈਗੀ। ਜੇ ਸਟੂਡੈਂਟ ਦਾ ਵੀਜ਼ਾ ਲੱਗਦਾ, ਜਿੱਦਾਂ ਆਪਾਂ ਪਹਿਲਾਂ ਕਿਹਾ, ਨੋ ਵਿਨ ਨੋ ਫੀਸ। ਜੇ ਉਹਦਾ ਰੱਬ ਨਾ ਕਰੇ ਵੀਜ਼ਾ ਕਿਸੇ ਦਾ ਰਿਫਿਊਜ਼ ਹੁੰਦਾ, ਉਹਨੂੰ ਮੋਨੀਟਰੀ ਲਾਸ ਦੇ ਵਿੱਚ ਨਹੀਂ ਜਾਣਾ ਪੈਂਦਾ, ਕਿਉਂਕਿ ਬਹੁਤ ਸਾਰੇ ਸਟੂਡੈਂਟਸ ਦਾ ਦੇਖਿਆ ਗਿਆ ਕਿ ਪੰਜਾਬ ਦੇ ਵਿੱਚ ਵੀਜ਼ਾ ਵੀ ਰਿਫਿਊਜ਼ ਹੋ ਜਾਂਦਾ ਔਰ ਵੀਜ਼ਾ ਰਿਫਿਊਜ਼ ਕਰਾ ਕੇ ਲੱਖ 1.5 ਲੱਖ ਰੁਪਏ ਦਾ ਨੁਕਸਾਨ ਵੀ ਹੋ ਜਾਂਦਾ। ਸੋ ਇਸੇ ਤਰੀਕੇ ਦੇ ਨਾਲ ਜਦੋਂ ਤੁਸੀਂ ਅਪਲਾਈ ਕਰਦੇ ਹੋ, ਜਦੋਂ ਕੈਨੇਡਾ ਦੇ ਵਿੱਚ ਆਉਂਦੇ ਹੋ, ਇਹਦੇ ਵਿੱਚ ਵੀ ਜਿਹੜੀ ਐਡਵਾਈਸ ਹੈ, ਜਿਹੜੀ ਕੰਸਲਟੈਂਸੀ ਹੈ, ਉਹ ਐਬਸੋਲੂਟਲੀ ਫ੍ਰੀ ਆਫ ਕਾਸਟ ਹੈ। ਕਿਸੇ ਵੀ ਪੁਆਇੰਟ ਤੇ ਜਾ ਕੇ ਤੁਸੀਂ ਉਸ ਐਡਵਾਈਸ ਦੇ ਮਿਲਣ ਦੇ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਪੈਸੇ ਚਾਰਜ ਨਹੀਂ ਕੀਤੇ ਜਾਂਦੇ। ਜੇ ਤੁਹਾਡਾ ਕੰਮ ਹੋਏਗਾ ਤੁਸੀਂ ਪੈਸੇ ਦਿੰਦੇ ਹੋ, ਜੇ ਕਿਸੇ ਰੀਜ਼ਨ ਤੋਂ ਅਸੀਂ ਤੁਹਾਡਾ ਕੰਮ ਨਹੀਂ ਕਰਾ ਸਕੇ, ਕੋਈ ਪੈਸੇ ਦਾ ਤੁਹਾਡਾ ਨੁਕਸਾਨ ਨਹੀਂ ਹੋਏਗਾ ਜੀ। ਤੇ ਤੁਸੀਂ ਸਟੂਡੈਂਟਸ ਨੂੰ ਕੀ ਐਡਵਾਈਸ ਕਰਦੇ ਹੋ ਕਿ ਜਦੋਂ ਉਹ 12th ਤੋਂ ਬਾਅਦ ਆਉਣਾ ਚਾਹੁੰਦੇ ਆ ਆਪਣੀ ਗ੍ਰੈਜੂਏਸ਼ਨ ਲਈ ਜਾਂ ਫਿਰ ਪੋਸਟ ਗ੍ਰੈਜੂਏਸ਼ਨ ਲਈ, ਉਹ ਆਇਲਟਸ ਦਾ ਐਗਜ਼ਾਮ ਲੈ ਕੇ ਕਿੰਨੇ ਕੁ ਬੈਂਡਸ ਲੈ ਕੇ ਤੁਹਾਡੇ ਤੱਕ ਆਉਣ, ਜਾਂ ਫਿਰ ਤੁਸੀਂ ਉਹਨਾਂ ਨੂੰ ਅੱਗੇ ਆਇਲਟਸ ਲਈ? ਦੇਖੋ, SDS ਪ੍ਰੋਗਰਾਮ ਜਿਹੜਾ ਹੈਗਾ ਉਹਦੇ ਵਿੱਚ ਕੈਨੇਡੀਅਨ ਗਵਰਨਮੈਂਟ ਦੀ ਰਿਕੁਆਇਰਮੈਂਟ 6 ਈਚ ਦੀ ਹੈ। ਬਟ ਰੀਸੈਂਟਲੀ ਜੋ ਹੈ ਵੀਜ਼ਾਸ, ਜੇ ਤੁਹਾਡੇ 6 ਓਵਰਆਲ ਬੈਂਡ ਹੈ, ਇੱਕ ਮੋਡਿਊਲ 'ਚ 5.5 ਬੈਂਡ ਵੀ ਨੇ, ਤਾਂ ਵੀ ਤੁਸੀਂ ਐਲੀਜੀਬਲ ਹੋ, ਤਾਂ ਵੀ ਤੁਹਾਡਾ ਵੀਜ਼ਾ ਲੱਗ ਰਿਹਾ। 2 ਮੋਡਿਊਲ 'ਚ ਤੁਹਾਡੇ 5.5 ਬੈਂਡ ਹੈ, ਤਾਂ ਵੀ ਤੁਸੀਂ ਐਲੀਜੀਬਲ ਹੋ। ਜੇ ਤੁਹਾਡਾ ਅਕੈਡਮਿਕ
ਸਕੋਰ ਉਹਨੂੰ ਨਾਲ ਕਿਸੇ ਨਾ ਕਿਤੇ ਬੈਲੈਂਸ ਕਰਦਾ। ਸੋ 6 ਈਚ 1 ਸਾਲ ਦੀ GIC 1 ਸਾਲ ਦੀ ਟਿਊਸ਼ਨ ਫੀਸ, ਇਹ ਤਿੰਨੋਂ ਚੀਜ਼ਾਂ ਦੇ ਕੇ ਤਾਂ ਤੁਸੀਂ ਸਿੱਧਾ SDS ਕੈਟਾਗਰੀ 'ਚ ਅਪਲਾਈ ਕਰਦੇ ਹੋ, ਵਿਚ ਇਜ਼ ਸਟੂਡੈਂਟ ਡਾਇਰੈਕਟ ਸਟਰੀਮ, ਜੋ ਕਿ ਕੈਨੇਡੀਅਨ ਗਵਰਨਮੈਂਟ ਐਕਸਪੈਂਡ ਕਰ ਰਹੀ ਆ ਹੋਰ ਕੰਟਰੀਜ਼ ਦੇ ਵਿੱਚ ਵੀ। ਪਹਿਲਾਂ ਸਿਰਫ ਉਹ 'ਚ 4 ਕੰਟਰੀਜ਼ ਸੀਗੀਆਂ, ਰੀਸੈਂਟਲੀ ਪਾਕਿਸਤਾਨ ਐਡ ਹੋ ਗਿਆ, ਔਰ ਹੁਣ ਰੀਸੈਂਟਲੀ ਅੱਜ ਕੱਲ੍ਹ ਦੇ ਵਿੱਚ ਹੀ ਮੋਰੋਕੋ ਔਰ ਸੈਨੇਗਲ, ਉਹ ਵੀ 2 ਕੰਟਰੀਜ਼। ਸੋ ਅਲਟੀਮੇਟਲੀ ਸਾਰਾ ਵਰਲਡ ਅੰਡਰ ਵਨ ਰੂਫ ਅੰਡਰ SDS ਆ ਜਾਏਗਾ, ਬਿਕੋਜ਼ ਕੈਨੇਡੀਅਨ ਗਵਰਨਮੈਂਟ ਵਾਂਟਸ ਇੰਟਰਨੈਸ਼ਨਲ ਸਟੂਡੈਂਟਸ, ਔਰ ਇੱਕ ਚੰਗੇ ਲੈਵਲ ਦਾ ਸਟੂਡੈਂਟ ਹੋਣਾ ਚਾਹੀਦਾ ਜਿਹੜਾ ਆ ਕੇ ਇੱਥੇ ਕੰਟਰੀਬਿਊਟ ਕਰ ਸਕੇ ਇਸ ਗਵਰਨਮੈਂਟ ਲਈ, ਕੰਟਰੀਬਿਊਟ ਕਰ ਸਕੇ ਇਸ ਕੰਟਰੀ ਦੇ ਵੈਲਬੀਂਗ ਲਈ। ਜੀ ਥੈਂਕ ਯੂ ਸੋ ਮਚ ਪੁਨੀਤ ਜੀ ਫॉर ਸ਼ੇਅਰਿੰਗ ਆਲ ਦਿਸ ਇਨਫੋਰਮੇਸ਼ਨ। ਐਟ ਦਾ ਐਂਡ ਤੁਸੀਂ ਸਟੂਡੈਂਟਸ ਨੂੰ ਜਾਂ ਫਿਰ ਉਹਨਾਂ ਦੇ ਪੇਰੈਂਟਸ ਨੂੰ ਜੋ ਇੱਧਰ ਆਪਣੇ ਬੱਚਿਆਂ ਨੂੰ ਭੇਜਣਾ ਚਾਹੁੰਦੇ ਆ, ਉਹਨਾਂ ਨੂੰ ਕੋਈ ਐਡਵਾਈਸ ਦੇਣਾ ਚਾਹੋਗੇ? ਦੇਖੋ, ਮੈਂ ਇਹੀ ਕਹਿਣਾ ਚਾਹਾਂਗਾ ਕਿ ਪਹਿਲਾਂ ਆਪਣਾ ਹੋਮਵਰਕ ਆਪ ਕਰ ਲਓ। ਕੱਲ੍ਹ ਨੂੰ ਆਪਾਂ ਕਿਸੇ ਤੇ ਉਂਗਲ ਚੱਕੀਏ ਕਿ ਮੈਨੂੰ ਮੇਰੇ ਏਜੰਟ ਨੇ ਆਹ ਨਹੀਂ ਦੱਸਿਆ, ਮੈਨੂੰ ਆਹ ਨਹੀਂ ਸੀ ਪਤਾ, ਮੈਨੂੰ ਉਹ ਨਹੀਂ ਸੀ ਪਤਾ। ਸੋ ਆਪਣਾ ਹੋਮਵਰਕ ਆਪ ਕਰ ਲਓ, 1 ਜਣੇ ਨੂੰ ਮਿਲ ਲਓ, 2 ਨੂੰ ਮਿਲ ਲਓ, 10 ਨੂੰ ਮਿਲ ਲਓ, ਫਿਰ ਉਸ ਤੋਂ ਬਾਅਦ ਸਟੈਪ ਲਓ ਕਿ ਤੁਸੀਂ ਕਿਹੜੇ ਕਾਲਜ, ਕਿਹੜੀ ਯੂਨੀਵਰਸਿਟੀ, ਕਿਹੜੀ ਕੰਟਰੀ ਪੜ੍ਹਨ ਜਾਣਾ ਚਾਹੁੰਦੇ ਹੋ। ਬਿਕੋਜ਼ ਕੱਲ੍ਹ ਨੂੰ ਕਿਸੇ ਦੇ ਉੱਤੇ ਉਂਗਲ ਚੁੱਕ ਕੇ ਕੋਈ ਮਸਲਾ ਹੱਲ ਨਹੀਂ ਹੋਣਾ, ਕਿਉਂਕਿ ਜੇ ਤੁਸੀਂ ਇੱਕ ਵਾਰੀ ਇੱਥੇ ਪਹੁੰਚ ਗਏ ਉਸ ਤੋਂ ਬਾਅਦ ਯੂ ਹੈਵ ਟੂ ਲਿਵ ਵਿਦ ਇਟ। ਫਿਰ ਵੀ ਇੱਥੇ ਪਹੁੰਚ ਕੇ ਵੀ ਤੁਹਾਨੂੰ ਕੋਈ ਪ੍ਰੋਬਲਮਸ ਨੇ, ਸੋ ਸਾਡਾ ਕੈਨੇਡਾ ਆਫਿਸ ਇਟ ਇਜ਼ देयर ਟੂ ਹੈਲਪ ਯੂ। ਵੀ ਵਿਲ ਗਿਵ ਯੂ ਐਜ਼ ਮਚ ਪੋਸੀਬਲ, ਜਿੰਨੀ ਚੰਗੀ ਹੋ ਸਕਦੀ ਹੈ ਉਨੀ ਐਡਵਾਈਸ ਤੁਹਾਨੂੰ ਦੇਵਾਂਗੇ। ਜੀ ਥੈਂਕ ਯੂ ਸੋ ਮਚ। ਸੋ ਇਹ ਸਨ ਪੁਨੀਤ ਖੰਨਾ ਓਮ ਗਲੋਬਲ ਐਜੂਕੇਸ਼ਨ ਸਰਵਿਸਿਜ਼ ਤੋਂ, ਜਿਨ੍ਹਾਂ ਨੇ ਇਹ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਸਹੀ ਜਾਣਕਾਰੀ ਲੈ ਕੇ ਸਹੀ ਤਰੀਕੇ ਨਾਲ ਸਟੂਡੈਂਟਸ ਕੈਨੇਡਾ ਵਿੱਚ ਲੈਂਡ ਕਰ ਸਕਦੇ ਨੇ। ਉਮੀਦ ਕਰਦੇ ਹਾਂ ਸਾਡੀ ਇਹ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ। ਫਿਲਹਾਲ ਸਾਨੂੰ ਦਿਓ ਇਜਾਜ਼ਤ, ਮੁਲਾਕਾਤ ਹੋਏਗੀ ਅਗਲੇ ਹਫਤੇ ਇੱਕ ਹੋਰ ਨਵੇਂ ਮੁੱਦੇ ਦੇ ਨਾਲ, ਕੁਝ ਨਵੇਂ ਮਹਿਮਾਨਾਂ ਦੇ ਨਾਲ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।